TV16 ਟੋਰਾਂਟੋ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਯਾਨੀ ਕਿ KS ਪਾਲ ਵੱਲੋਂ ਸਤਿ ਸ਼੍ਰੀ ਅਕਾਲ ਜੀ। ਸੋ ਕੱਲ ਇੱਕ ਘਟਨਾ ਹੁੰਦੀ ਆ ਰਾਤ ਵੇਲੇ ਟਿਕਰੀ ਬਾਰਡਰ ਦੇ ਉੱਤੇ, ਤੇ ਉਹ ਉੱਥੇ ਕੀ ਘਟਨਾ ਹੋਈ ਹੈ, ਕੀ ਕੁਝ ਵਾਪਰਿਆ ਉੱਥੇ, ਉਹਦੇ ਵਾਸਤੇ ਅੱਜ ਮੈਂ ਗੱਲਬਾਤ ਕਰਨ ਵਾਸਤੇ ਜਿਹੜਾ ਹੈ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਜਿਹੜਾ ਜ਼ਿਲ੍ਹਾ ਫਿਰੋਜ਼ਪੁਰ ਤੋਂ ਪ੍ਰਧਾਨ ਨੇ ਸਰਦਾਰ ਹਰਨੇਕ ਸਿੰਘ ਮਹਿਮਾ ਜੀ, ਮੈਂ ਉਹਨਾਂ ਨੂੰ ਲਾਈਨ ਦੇ ਉੱਤੇ ਲਿਆ ਤੇ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਤੇ ਸਾਰੀ ਜਾਣਕਾਰੀ ਜਿਹੜੀ ਹੈਗੀ ਆ ਉਹਨਾਂ ਕੋਲ ਲੈਣੇ ਆ ਕਿ ਕੀ ਵਾਪਰਿਆ। ਸਰਦਾਰ ਹਰਨੇਕ ਸਿੰਘ ਜੀ, ਤੁਹਾਡਾ TV16 ਟੋਰਾਂਟੋ ਦੇ ਉੱਤੇ ਜਿਹੜਾ ਹੈ ਉਹ ਵੈਲਕਮ ਹੈ ਜੀ, ਜੀ ਆਇਆਂ ਨੂੰ। ਤੇ ਦੱਸੋ ਕੱਲ ਕੀ ਕੁਝ। ਜੀ ਮਿਹਰਬਾਨੀ, ਸ਼ੁਕਰੀਆ ਜੀ। ਸੋ ਸਾਡੇ ਦਰਸ਼ਕਾਂ ਨੂੰ ਦੱਸੋ ਕਿ ਕੱਲ ਕੀ ਕੁਝ ਵਾਪਰਿਆ ਰਾਤ ਨੂੰ, ਥੋੜੀ ਡਿਟੇਲ ਜਿਹੜੀ ਆ ਉਹਦੇ ਬਾਰੇ ਜਿਹੜੀ ਆ ਉਹ ਦੱਸੋ ਜੀ। ਕੱਲ ਇਸ ਤਰ੍ਹਾਂ ਜੀ, ਕੱਲ ਜਦੋਂ ਪ੍ਰਸ਼ਾਸਨ ਨੇ ਜਿਹੜੇ ਉਹ ਬੈਰੀਕੇਡ ਲਾਏ ਹੋਏ ਸੀ ਪੱਕੇ ਜੀ, ਜਿਨ੍ਹਾਂ ਦੀਆਂ ਤਕਰੀਬਨ 8 ਲੇਅਰਾਂ ਸੀ ਜੀ, ਕਿੱਲ ਲਾਏ ਹੋਏ ਸੀ, ਉਦੋਂ ਅੱਗੇ ਤਾਰਾਂ ਲਾਈਆਂ ਹੋਈਆਂ ਸੀ, ਅੱਗੇ ਬੈਰੀਕੇਡ ਜਿਹੜੇ ਆਮ ਲੋਹੇ ਦੇ ਉਹ ਲਾਏ ਸੀ, ਉਹਦੇ ਤੋਂ ਅੱਗੇ ਪੱਥਰ ਦੇ ਪਿੱਲਰ ਖੜੇ ਕੀਤੇ ਸੀ, ਉਹਦੇ ਤੋਂ ਅੱਗੇ ਕੰਟੇਨਰ ਨੇ ਜਿਹੜੇ ਮਿੱਟੀ ਦੇ ਭਰ ਕੇ ਖੜੇ ਕੀਤੇ ਹੋਏ ਸੀ ਜੀ। ਇਸ ਤਰ੍ਹਾਂ ਕਰਕੇ ਜਿਹੜੀਆਂ 8 ਲੇਅਰਾਂ ਸੀ ਉਹ ਪ੍ਰਸ਼ਾਸਨ ਨੇ ਆਪਦੀ ਮਰਜ਼ੀ ਨਾਲ ਹੀ ਉਹ ਹਟਾਉਣੀਆਂ ਸ਼ੁਰੂ ਕਰ ਦਿੱਤੀਆਂ ਜੀ। ਉਹਦੇ ਤੋਂ ਬਾਅਦ 4:30 ਵਜੇ ਮੀਟਿੰਗ ਹੋਈ ਪ੍ਰਸ਼ਾਸਨ ਨਾਲ ਜੀ, ਜਿਹਦੇ ਚ ਪ੍ਰਸ਼ਾਸਨ ਨੇ ਮੰਗ ਕੀਤੀ ਕਿ ਤੁਸੀਂ ਇਹ ਰਸਤਾ ਖੋਲ ਦਿਓ ਇੱਕ ਸਾਈਡ ਦਾ ਜੀ। ਤਾਂ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਨੇ ਕਿਹਾ ਵੀ ਸਾਡੀ 6 ਤਰੀਕ ਨੂੰ ਮੀਟਿੰਗ ਹੈ ਜੀ, ਅਸੀਂ ਆਪਦੀ ਮੀਟਿੰਗ ਦੇ ਵਿੱਚ ਵਿਚਾਰ ਕੇ ਤੇ ਫਿਰ ਤੁਹਾਨੂੰ 7 ਤਰੀਕ ਨੂੰ ਇਹਦੇ ਬਾਰੇ ਦੱਸਾਂਗੇ ਕੀ ਕਰਨਾ ਜੀ। ਜਿਹਦੇ ਤੇ ਪ੍ਰਸ਼ਾਸਨ ਨੇ ਵੀ ਸਹਿਮਤੀ ਜਤਾਤੀ ਕਿ ਠੀਕ ਹੈ ਜੀ, ਅਸੀਂ 7 ਤਰੀਕ ਤੱਕ ਵੇਟ ਕਰਨੇ ਆ, 7 ਤੱਕ ਸਾਨੂੰ ਤੁਸੀਂ ਦੱਸਿਆ ਜੇ ਕਿ ਇਹਦੇ ਤੇ ਤੁਹਾਡਾ ਕੀ ਰਾਏ ਆ ਜੀ। ਪਰ ਇੱਕ ਸਹਿਮਤੀ ਬਣ ਗਈ ਕਿ 5 ਫੁੱਟ ਦਾ ਜਿਹੜਾ ਰਸਤਾ ਹੈ ਉਹ ਇੱਕ ਵਾਰ ਛੱਡ ਦਿੱਤਾ ਜਾਏਗਾ ਜੀ, ਜਿਹਦੇ ਚੋਂ 3 ਵੀਲਰ ਆਉਣ ਜਾਣ ਵਾਸਤੇ ਜਾਂ ਮੋਟਰਸਾਈਕਲ ਆਉਣ ਜਾਣ ਵਾਸਤੇ ਜਗ੍ਹਾ ਬਣ ਜਾਵੇਗੀ ਜੀ। ਦੋਵਾਂ ਧਿਰਾਂ ਦੀ ਸਹਿਮਤੀ ਨਾਲ 5 ਫੁੱਟ ਦਾ ਰਸਤਾ ਛੱਡ ਦਿੱਤਾ। ਬਾਕੀ ਜਿਹੜਾ 6 ਤਰੀਕ ਨੂੰ ਮੀਟਿੰਗ ਹੋਣ ਤੋਂ ਬਾਅਦ 7 ਤਰੀਕ ਤੇ ਰੱਖਿਆ ਗਿਆ ਕਿ 7 ਤਰੀਕ ਨੂੰ ਆਪਾਂ ਨੂੰ ਵਿਚਾਰ ਕੇ ਦੱਸਾਂਗੇ ਜੀ। ਪਰ ਰਾਤ ਨੂੰ ਤਕਰੀਬਨ 9:15 ਵਜੇ ਜੀ ਪ੍ਰਸ਼ਾਸਨ ਨੇ ਬਹੁਤ ਭਾਰੀ ਤਾਦਾਦ ਚ ਲੈ ਕੇ ਆਪਦੀ ਫੋਰਸ ਹੈ ਜਿਹੜੀ ਜੀ, ਜਦੋਂ ਸਾਰੇ ਕਿਸਾਨ ਸੁੱਤੇ ਪਏ ਸੀ ਤਾਂ ਉਹ ਬੈਰੀਕੇਡ ਸਾਰੀ ਜਿਹੜੀ ਹੈ ਹਟਾਉਣੀ ਸ਼ੁਰੂ ਕਰ ਦਿੱਤੀ ਜੀ। ਜਿੱਥੇ ਸਟੇਜ ਲੱਗੀ ਹੋਈ ਹੈ, ਸਟੇਜ ਦੇ ਪਿੱਛੇ ਬਿਲਕੁਲ ਸਟੇਜ ਬੈਰੀਕੇਡਿੰਗ ਦੇ ਉੱਤੇ ਹੀ ਲੱਗੀ ਹੋਈ ਹੈ ਜੀ। ਜਿਹੜੀ ਸਟੇਜ ਦੇ ਪਿੱਛੇ ਆ ਬੈਰੀਕੇਡ ਉਹ ਵੀ ਸਾਰੇ ਹਟਾਉਣੇ ਸ਼ੁਰੂ ਕਰ ਦਿੱਤੇ ਜੀ। ਜਿਵੇਂ ਫਿਰ ਉਹ ਖਬਰ ਫੈਲੀ, ਸਾਡਾ ਜਿਹੜਾ ਭਾਰਤੀ ਕਿਸਾਨ ਏਕਤਾ ਡਕੌਂਦਾ ਦੇ ਪੰਜਾਬ ਪ੍ਰਧਾਨ ਬੂਟਾ ਸਿੰਘ ਬੁਰਜਗਿੱਲ ਨੇ ਜੀ, ਇਹਨਾਂ ਦਾ ਟੈਂਟ ਬਿਲਕੁਲ ਟਿਕਰੀ ਬਾਰਡਰ ਦੇ ਉੱਤੇ ਹੀ ਹੈ ਤੇ ਤਕਰੀਬਨ ਉੱਥੇ ਹੀ ਹੁੰਦੇ ਨੇ ਹਮੇਸ਼ਾ ਹੀ ਜੀ। ਇਹਨਾਂ ਨੇ ਫਿਰ ਜਲਦੀ ਤੋਂ ਜਲਦੀ ਜਿੰਨੇ ਸਮੇਂ 'ਚ ਹੋ ਸਕਦਾ ਸੀ ਸਾਰੀ ਸੰਗਤ ਨੂੰ ਨਾਲ ਲਿਜਾ ਕੇ ਜੀ ਉੱਥੇ ਪਹਿਲੋਂ ਉਹਨਾਂ ਦਾ ਵੈਸੇ ਵਿਰੋਧ ਕੀਤਾ ਕਿ ਇਹ ਨਾ ਕਰੋ, ਜਦੋਂ ਆਪਣਾ ਫੈਸਲਾ ਹੋਇਆ ਕਿ 7 ਨੂੰ ਦੱਸਾਂਗੇ ਜੀ। ਜਦੋਂ ਨਹੀਂ ਮੰਨਿਆ ਪੁਲਿਸ ਪ੍ਰਸ਼ਾਸਨ ਤਾਂ ਫਿਰ ਇਹ ਸਾਰੇ ਉੱਥੇ ਸੜਕ ਦੇ ਵਿੱਚ ਲੰਮੇ ਪੈ ਗਏ ਜੀ ਕਿ ਜੇ ਤੁਸੀਂ ਇਹਨੂੰ ਬੈਰੀਕੇਡਿੰਗ ਹਟਾਉਣੀ ਹੈ ਤਾਂ ਫਿਰ ਜਿਹੜੇ ਤੁਹਾਡੇ ਬਲਡੋਜ਼ਰ ਵਗੈਰਾ ਨੇ ਸਾਡੇ ਉੱਤੋਂ ਦੀ ਟਪਾ ਕੇ ਤਾਂ ਜਾ ਕੇ ਤੁਸੀਂ ਹਟਾ ਦਿਓ, ਪਰ ਇੰਜ ਨਹੀਂ ਅਸੀਂ ਹਟਾਉਣ ਦੇਣਾ ਜੀ। ਉਹਦੇ ਤੋਂ ਬਾਅਦ ਫਿਰ ਥੋੜਾ ਦੇਰ ਗੱਲਬਾਤ ਚੱਲੀ ਜੀ। ਹਾਰ ਕੇ ਪ੍ਰਸ਼ਾਸਨ ਨੂੰ ਇਹ ਗਲਤੀ ਮੰਨ ਕੇ ਤੇ ਵਾਪਸ ਜਾਣਾ ਪਿਆ ਕਿ ਸਾਡੇ ਤੋਂ ਗਲਤੀ ਹੋ ਗਈ ਹੈ, ਚਲੋ ਅਸੀਂ ਇਹ ਨਹੀਂ ਹਟਾਉਂਦੇ। ਅੱਜ ਹੁਣ 10 ਵਜੇ ਦੀ ਫਿਰ ਦੁਬਾਰਾ ਮੀਟਿੰਗ ਰੱਖੀ ਹੋਈ ਹੈ ਜੀ ਪ੍ਰਸ਼ਾਸਨ ਨਾਲ ਜੀ। ਅੱਜ ਦੀ ਜਿਹੜੀ ਮੀਟਿੰਗ ਰੱਖੀ ਉਹਦਾ ਵਿਸ਼ਾ ਇਹੀ ਹੋਵੇਗਾ ਕਿ ਇਹ ਜਿਹੜੀ ਸ਼ਰਾਰਤ ਜਾਂ ਜਿਹੜੀ ਬੇਈਮਾਨੀ ਬੇਵਕੂਫੀ ਕੀਤੀ ਉਹਦੀ ਵਜ੍ਹਾ ਕੀ ਹੈ ਜੀ। ਅੱਜ 10 ਵਜੇ ਫਿਰ ਮੀਟਿੰਗ ਹੈ, ਉਹਦੇ ਵਿੱਚ ਜਿੰਨਾ ਵੀ ਹੋ ਸਕੇਗਾ ਬੀਜੇਪੀ ਸਰਕਾਰ ਨੂੰ, ਦਿੱਲੀ ਪੁਲਿਸ ਨੂੰ ਝਾੜ ਪਾਈ ਜਾਵੇਗੀ। ਤਾਂ ਹੁਣ ਹੋ ਸਕਦਾ ਜਿਹੜਾ 5 ਫੁੱਟ ਵਾਲਾ ਉਹਦੇ ਤੇ ਵੀ ਕੋਈ ਨਵਾਂ ਫੈਸਲਾ ਹੋ ਜਾਵੇ ਜੀ। ਸੋ ਤੁਹਾਨੂੰ 9 ਵਜੇ ਤੁਹਾਨੂੰ ਪਤਾ ਲੱਗਦਾ, ਉਸ ਤੋਂ ਪਹਿਲਾਂ ਕੋਈ ਜਿੱਦਾਂ ਕਿ ਸਵੇਰ ਤੋਂ ਥੋੜੀ ਬਹੁਤ ਖਬਰ ਸੀ ਕਿ ਸ਼ਾਇਦ ਥੋੜੇ ਬਹੁਤ ਬੈਰੀਕੇਡ ਜਿਹੜੇ ਨੇ ਉਹ ਹਟਾਏ ਜਾ ਰਹੇ ਨੇ। ਸੋ ਇਹੋ ਜੀ ਗੱਲਬਾਤ ਥੋੜੀ ਜੀ ਧੁਖਦੀ ਜੀ ਖਬਰ ਜਿਹੜੀ ਆ ਉਹ ਪਹੁੰਚਦੀ ਹੋਈ ਸੀ ਸਵੇਰੇ, ਯਾਨੀ ਕਿ ਤੁਹਾਡੇ ਥੋੜੀ ਸ਼ਾਮ ਨੂੰ ਤੇ ਸਾਡੇ ਥੋੜੀ ਅਰਲੀ ਮਾਰਨਿੰਗ ਦੇ ਵਿੱਚ। ਪਰ ਉਸ ਤੋਂ ਬਾਅਦ ਜੀ ਢਾਏ ਸੀ ਬੈਰੀਕੇਡਿੰਗ ਤਾਂ ਉਹ ਹਟਾ ਹੀ ਰਹੇ ਸੀ। ਪਿਛਲਾ ਜਿਹੜਾ ਪੱਥਰ ਦੇ ਬੈਰੀਕੇਡਿੰਗ ਸੀ ਜਾਂ ਜਿਹੜੀਆਂ ਤਾਰਾਂ ਸੀ ਜਾਂ ਕਿੱਲ ਸੀ ਜਿਹੜੀ ਉਹ ਤਾਂ ਹਟਾ ਹੀ ਰਹੇ ਸੀ ਜੀ। ਪਰ ਉਹ ਹਟਾ ਕੇ ਗੱਲ ਅਸਲ 'ਚ ਇਹ ਸੀ ਕਿ ਇੱਥੋਂ ਇੱਕ ਸਾਈਡ ਤੋਂ, ਕਿਉਂਕਿ ਇੱਕ ਸਾਈਡ ਤੇ ਤਾਂ
ਜਿਹੜਾ ਟਿਕਰੀ ਬਾਰਡਰ ਤੇ ਸਟੇਜ ਲੱਗੀ ਹੋਈ ਹੈ ਜੀ, ਜਿਹੜੇ ਪੂਰੇ ਟੈਂਟ ਨੇ ਉਹ ਵੀ ਉਸ ਸਾਈਡ ਤੇ ਜ਼ਿਆਦਾ ਲੱਗੇ ਹੋਏ ਨੇ ਜੀ। ਦੂਜੇ ਸਾਈਡ ਤੇ ਗੱਲ ਹੋਈ ਕਿ ਇਸ ਸਾਈਡ ਤੋਂ 5 ਫੁੱਟ ਦਾ ਰਸਤਾ ਆਪਾਂ ਛੱਡਾਂਗੇ ਜਿਹਦੇ ਤੋਂ ਕੋਈ ਛੋਟੇ ਮੋਟੇ ਵਹੀਕਲ ਲੰਘ ਜਾਣ ਜੀ, ਪਰ ਦੂਜੇ ਪਾਸੇ ਜਿੱਧਰ ਸਟੇਜ ਉਧਰੋਂ ਤਾਂ ਬੈਰੀਕੇਡ ਹਟਾਉਣ ਦਾ ਮਤਲਬ ਹੀ ਨਹੀਂ ਕੋਈ ਬਣਦਾ, ਕਿਉਂਕਿ ਉਹ ਵੱਡਾ ਕੋਈ ਇਨਸੀਡੈਂਟ ਹੋ ਸਕਦਾ ਜੀ। ਕਿਉਂਕਿ ਬੈਰੀਕੇਡ ਦੇ ਬਿਲਕੁਲ ਅਗਲੇ ਪਾਸੇ ਜਿਹੜਾ ਉਹ ਸਟੇਜ ਲੱਗੀ ਹੈ, ਸਟੇਜ ਉੱਤੇ ਅਕਸਰ 2000 ਬੰਦਾ ਰੋਜ਼ ਦਾ ਬੈਠਾ ਹੁੰਦਾ ਹੈ ਜੀ, ਤਾਂ ਉੱਥੋਂ ਬੈਰੀਕੇਡ ਹਟਾਉਣ ਦਾ ਕੋਈ ਮਤਲਬ ਹੀ ਨਹੀਂ ਹੈਗਾ, ਕੋਈ ਵਜ੍ਹਾ ਨਹੀਂ ਹੈਗੀ। ਜਿੰਨਾ ਚਿਰ ਉਹ ਉੱਥੋਂ ਸਟੇਜ ਨਹੀਂ ਹਟਦੀ ਉਹਨਾਂ ਚਿਰ ਉੱਥੋਂ ਬੈਰੀਕੇਡ ਹਟਾਉਣ ਦਾ ਮਤਲਬ ਹੀ ਨਹੀਂ, ਕਿਉਂਕਿ ਉੱਥੋਂ ਰਸਤਾ ਤਾਂ ਖੁੱਲ ਨਹੀਂ ਸਕਦਾ, ਕਿਸੇ ਤਰੀਕੇ ਵੀ ਪੈਦਲ ਵੀ ਨਹੀਂ ਖੁੱਲ ਸਕਦਾ ਜੀ। ਤਾਂ ਰਾਤ ਜਿਹੜੀ ਇਹ ਸ਼ਰਾਰਤ ਕੀਤੀ ਹੈ ਕਿ ਬੈਰੀਕੇਡ ਸਾਰੇ ਹਟਾਉਣ ਦੀ ਕੋਸ਼ਿਸ਼ ਕੀਤੀ ਹੈ, ਜਿਹੜੇ ਉਹਦੇ ਪਿੱਛੇ ਲੱਗੇ ਹੋਏ ਨੇ ਸਟੇਜ ਦੇ ਜੀ, ਉਹਨਾਂ ਨੂੰ ਵੀ ਜਿਹੜਾ ਹਟਾਉਣ ਦੀ ਕੋਸ਼ਿਸ਼ ਕੀਤੀ ਹੈ। ਇਹ ਬੇਈਮਾਨੀ ਨਾਲ ਕੀਤੀ ਹੈ, ਇਹਦੇ ਵਿੱਚ ਸ਼ਰਾਰਤ ਹੈ ਕੋਈ ਨਾ ਕੋਈ ਲੁਕੀ ਹੋਈ, ਜਿਹਦੇ ਤੋਂ ਇਹ ਖਤਰਾ ਭਾਪਦੇ ਹੋਈ ਫੌਰਨ ਰਾਤ ਐਕਸ਼ਨ ਲੈ ਕੇ ਇਹਨੂੰ ਰੋਕਿਆ ਗਿਆ। ਤਾਂ ਇਹ ਜਿਹੜੀ ਅਗਲੀ ਮੀਟਿੰਗ ਇਸੇ ਤੇ ਹੋਵੇਗੀ ਕਿ ਇਹਦੀ ਵਜ੍ਹਾ ਕੀ ਹੈ, ਕਿਉਂ ਇਹ ਕਰਤੂਤ ਕੀਤੀ ਹੈ ਦਿੱਲੀ ਸਰਕਾਰ ਨੇ। ਤੁਸੀਂ ਸਾਨੂੰ ਇਹਦਾ ਪਤਾ ਬਿਲਕੁਲ ਕੋਈ ਅਹਿਸਾਸ ਨਹੀਂ ਸੀ ਹੈ, ਕਿਉਂਕਿ ਸਵੇਰੇ ਜਿਹੜੀ 4:30 ਵਜੇ ਮੀਟਿੰਗ ਹੋਈ ਉਹਦੇ ਚ ਕੋਈ ਐਸੀ ਇੰਡੀਕੇਸ਼ਨ ਵੀ ਦਿੱਲੀ ਪੁਲਿਸ ਨੇ ਨਹੀਂ ਦਿੱਤੀ, ਕਿਸੇ ਤਰ੍ਹਾਂ ਦਾ ਕੋਈ ਉਹਦਾ ਸਿਗਨਲ ਹੈ ਨਹੀਂ ਸੀ ਜਾਂ ਲੱਗਦਾ ਨਹੀਂ ਸੀ ਕਿ ਇਹ ਕੋਈ ਐਸੀ ਕਾਰਵਾਈ ਕਰਨਗੇ। ਇਹ ਅਚਾਨਕ ਹੀ 9 ਵਜੇ ਦੇ ਕਰੀਬ ਇਹਨਾਂ ਨੇ ਆਪਦੀਆਂ ਵੱਡੇ ਬਲਡੋਜ਼ਰ ਲਿਆ ਕੇ ਅਚਾਨਕ ਹੀ ਰਾਤ ਨੂੰ ਹਨੇਰੇ ਚ 9 ਵਜੇ ਜਦੋਂ ਸਾਰੇ ਕਿਸਾਨ ਸੁੱਤੇ ਸੀ ਉਦੋਂ ਇਹ ਕਾਰਵਾਈ ਸ਼ੁਰੂ ਕੀਤੀ। ਤਾਂ ਉਦੋਂ ਹੀ ਫਿਰ ਫਟਾਫਟ ਜਿਵੇਂ ਆਨੰਦ ਫਾਈਨੈਂਸ ਸਾਰਿਆਂ ਨੂੰ ਪਤਾ ਲੱਗਾ, ਸਾਰੀ ਫਿਰ ਜਨਤਾ ਜਿਹੜੀ ਉੱਥੇ ਆਏ ਸੀ ਉਹ ਉੱਥੇ ਪਹੁੰਚ ਗਈ। ਅਸਲ ਚ ਜਿਹੜਾ ਕੱਲ ਹੀ ਬੀਜੇਪੀ ਦੇ ਇੱਕ ਆਗੂ ਦਾ ਬਿਆਨ ਸੀ ਜੀ ਕਿ ਬਾਰਡਰਾਂ ਦੇ ਉੱਤੇ ਜਿਹੜੀ ਹੁਣ ਗਿਣਤੀ ਕਿਸਾਨਾਂ ਦੀ ਉਹ 10-20% ਰਹੇਗੀ ਪਹਿਲੋਂ ਨਾਲੋਂ ਜੀ, ਤਾਂ ਉਹ ਜਿਹੜਾ ਵਹਿਮ ਸੀ ਨਾ ਦਿੱਲੀ ਸਰਕਾਰ ਨੂੰ ਕਿ ਇੱਥੇ ਕਿਸਾਨਾਂ ਦੀ ਗਿਣਤੀ ਜ਼ਿਆਦਾ ਹੈ ਨਹੀਂ, ਕੋਈ ਵਿਰੋਧ ਜ਼ਿਆਦਾ ਨਹੀਂ ਹੋਵੇਗਾ, ਜਾਂ ਸ਼ਾਇਦ ਅਸੀਂ ਇਹਨੂੰ ਚੁੱਪ ਚਪੀਤੇ ਹਟਾ ਕੇ ਤੇ ਉਹਦੇ ਤੋਂ ਅੱਗੇ ਜ਼ਬਰਦਸਤੀ ਮੋਰਚੇ ਨੂੰ ਵੀ ਉਠਾਉਣ ਦੀ ਕੋਸ਼ਿਸ਼ ਹੋ ਸਕਦਾ ਕੀਤੀ ਜਾਂਦੀ ਜੀ। ਪਰ ਉਹ ਜਿਹੜਾ ਪੰਜਾਬ ਦੇ ਕਿਸਾਨਾਂ ਨੇ ਵਹਿਮ ਉਹਨਾਂ ਦਾ ਤੋੜ ਦਿੱਤਾ। ਰਾਤ ਨੂੰ ਹੀ ਤਕਰੀਬਨ ਹਜ਼ਾਰਾਂ ਦੀ ਗਿਣਤੀ 'ਚ ਕਿਸਾਨ ਨੇ ਜਿਹੜੇ ਉਹ ਆਪੋ ਆਪਣੀਆਂ ਗੱਡੀਆਂ ਤੇ, ਜਦੋਂ ਖਬਰ ਆਈ 9:30-10 ਵਜੇ, ਤੁਸੀਂ ਵੇਖ ਲਓ ਵੀ 9:15 ਵਜੇ ਕਾਰਵਾਈ ਹੁੰਦੀ ਹੈ, 10 ਵਜੇ ਤੱਕ ਕਿਸਾਨ ਆਪਦੀਆਂ ਗੱਡੀਆਂ ਲੈ ਕੇ ਦਿੱਲੀ ਨੂੰ ਤੁਰ ਪਏ ਸੀ ਟਿਕਰੀ ਬਾਰਡਰ ਨੂੰ। ਜੀ ਬਿਲਕੁਲ। ਉਹ ਜਿਹੜਾ ਵਹਿਮ ਦਿੱਲੀ ਸਰਕਾਰ ਦਾ ਤੋੜ ਦਿੱਤਾ ਕਿ ਅਸੀਂ ਬਹਿ ਗਏ ਆ ਜਾਂ ਥੱਕ ਗਏ ਆ ਜਾਂ ਹਾਰ ਗਏ ਆ ਜਾਂ ਪਿੱਛੇ ਹਟ ਗਏ ਆ। ਸੀਜ਼ਨ ਕਰਕੇ ਗਿਣਤੀ ਜ਼ਰੂਰ ਘਟੀ ਹੈ, ਪਰ ਲੋਕਾਂ ਦੇ ਮਨ ਦੇ ਵਿੱਚ ਜੋ ਜਜ਼ਬਾ, ਜੋ ਲੜਨ ਦੀ ਲੋੜ ਲੱਗਦੀ ਲੋਕਾਂ ਨੂੰ, ਉਹ ਬਿਲਕੁਲ ਨਹੀਂ ਘਟੀ। ਉਹ ਰਾਤੀ ਸਾਨੂੰ ਲੱਗਦਾ ਸਗੋਂ ਚੰਗਾ ਹੋ ਗਿਆ ਜੀ, ਬਿਲਕੁਲ ਬਿਹਤਰ ਹੋ ਗਿਆ। ਸਰਕਾਰ ਨੂੰ ਸਾਡੀ ਤਾਕਤ ਦਾ ਪਤਾ ਲੱਗ ਗਿਆ, ਸਾਨੂੰ ਆਪਦੇ ਕਿਸਾਨਾਂ ਦੇ ਉੱਤੇ ਜਿਹੜਾ ਵਿਸ਼ਵਾਸ ਸੀ ਹੋਰ ਪੱਕਾ ਹੋ ਗਿਆ ਕਿ ਕਿਤੇ ਨਹੀਂ ਐਸਾ ਹੈਗਾ ਕਿ ਇਹ ਥੱਕ ਗਏ ਜਾਂ ਹਾਰ ਗਏ ਜਾਂ ਹੁਣ ਸ਼ਾਇਦ ਅੱਗੇ ਵਾਲੀ ਗੱਲ ਨਹੀਂ ਹੋਵੇਗੀ। ਤਾਂ 1 ਘੰਟੇ ਦੇ ਵਿੱਚ ਹੀ ਜਦੋਂ ਹਜ਼ਾਰਾਂ ਦੀ ਗਿਣਤੀ 'ਚ ਕਿਸਾਨ ਆਪਦੀਆਂ ਕਾਰਾਂ ਲੈ ਕੇ, ਆਪਦੀਆਂ ਗੱਡੀਆਂ ਲੈ ਕੇ ਜਦੋਂ ਟਿਕਰੀ ਬਾਰਡਰ ਨੂੰ ਰਾਤ ਨੂੰ ਭੱਜ ਉੱਠੇ ਨੇ, ਤਾਂ ਉਹਨੇ ਵਿਸ਼ਵਾਸ ਪੱਕਾ ਕਰ ਦਿੱਤਾ ਕਿ ਹਾਂ ਕਿਸਾਨ ਅੱਜ ਵੀ ਲੜਨ ਵਾਲੀ ਲੋੜ ਤੇ ਖੜੇ ਹੋਏ ਨੇ। ਜੀ ਬਿਲਕੁਲ। ਇੱਕ ਗੱਲ ਹੋਰ ਕਿ ਦੇਖੋ ਬੜੀ ਸਪਸ਼ਟ ਜੀ ਗੱਲ ਆ ਕਿ ਇਹ ਕੋਈ ਛੋਟੇ ਅਧਿਕਾਰੀ ਵੱਲੋਂ ਲਿਆ ਗਿਆ ਫੈਸਲਾ ਤਾਂ ਨਹੀਂ ਹੋ ਸਕਦਾ। ਯਕੀਨਨ ਕਿ ਇਹਨਾਂ ਨੂੰ ਉੱਪਰ ਤੋਂ ਆਰਡਰ ਦਿੱਤੇ ਗਏ ਹੋਣਗੇ ਤਾਂ ਹੀ ਇਹਨਾਂ ਨੇ ਕਾਰਵਾਈ ਕੀਤੀ, ਕਿਉਂਕਿ ਇਹ ਇਸ ਤਰ੍ਹਾਂ ਤਾਂ ਨਹੀਂ ਕਿ ਆਪਣੇ ਆਪ ਕੋਈ ਛੋਟਾ ਮੋਟਾ ਅਧਿਕਾਰੀ ਜਾਂ ਛੋਟੇ ਮੋਟੇ ਲੈਵਲ ਦੇ ਜਿਹੜੇ ਬੰਦੇ ਨੇ ਉਹ ਆਪਣੇ ਆਪ ਇਹ ਜਿਹੜੀ ਕਾਰਵਾਈ ਆ ਉਹ ਪਾ ਦੇਣਗੇ। ਆਖਰ ਤਾਂ ਸਰਕਾਰ ਵੱਲੋਂ ਹੁਕਮ ਚਾੜੇ ਗਏ ਹੋਣਗੇ ਕਿ ਤੁਸੀਂ ਇਹ ਕਾਰਵਾਈ ਪਾ ਦਿਓ। ਉਹ ਅਲੱਗ ਗੱਲ ਆ ਕਿ ਉਹ ਅਲੱਗ ਗੱਲ ਜੀ। ਛੋਟੇ ਛੱਡ ਕੇ ਵੱਡੇ ਵੀ ਜਿਹੜੇ ਅਧਿਕਾਰੀ ਜਾਂ ਕਰਮਚਾਰੀ ਦਾ ਫੈਸਲਾ ਨਹੀਂ ਹੈਗਾ, ਇਹ ਸਰਕਾਰ ਦਾ ਫੈਸਲਾ ਹੈ ਜੀ। ਕਿਉਂਕਿ ਉੱਥੇ ਜਿਹੜੇ ਹਾਲਾਤ ਨੇ ਉਹ ਦੇਖੇ ਹੋਏ ਨੇ। ਕੋਈ ਵੀ ਜਿਹੜਾ ਅਧਿਕਾਰੀ ਹੈ, ਪੁਲਿਸ ਦਾ ਅਧਿਕਾਰੀ ਹੈ, ਉਹ ਉੱਥੇ ਕੋਈ ਆਪਦੇ ਆਪ ਫੈਸਲਾ ਨਹੀਂ ਲੈਂਦਾ ਐਸਾ। ਤਾਂ ਇਹ ਜਿਹੜਾ ਫੈਸਲਾ ਲਿਆ ਗਿਆ ਹੈ ਇਹ ਬਿਲਕੁਲ ਸਰਕਾਰ ਦੀ ਸ਼ਹਿ ਤੇ ਲਿਆ ਗਿਆ ਹੈ ਜੀ। ਅੰਦਰ ਖਾਤੇ ਸਰਕਾਰ ਹੀ ਕੋਈ ਐਸੀ ਸ਼ਰਾਰਤ ਕਰਨਾ ਚਾਹੁੰਦੀ ਸੀ ਜਾਂ ਕਰਵਾਉਣਾ ਚਾਹੁੰਦੀ ਸੀ। ਜਿਵੇਂ 2 ਸਾਡੇ ਨਾਲ ਘਟਨਾਵਾਂ ਅੱਗੇ ਹੋ ਚੁੱਕੀਆਂ ਨੇ, ਐਕਸੀਡੈਂਟ ਦੇ ਨਾਂ ਤੇ ਹੋਈਆਂ ਨੇ। ਬਿਲਕੁਲ। 5 ਸਾਡੇ ਕਿਸਾਨ ਵੀਰ ਇੱਕ ਜਗ੍ਹਾ ਤੇ ਸ਼ਹੀਦ ਹੋ ਗਏ, 3 ਸਾਡੀਆਂ ਬੀਬੀਆਂ ਇੱਕ ਜਗ੍ਹਾ ਤੇ ਸ਼ਹੀਦ ਹੋ ਗਈਆਂ। ਤਾਂ ਸਾਨੂੰ ਇਹਦੇ 'ਚ ਵੀ ਕਤਦਾ ਲੱਗਦਾ ਵੀ ਇਹ ਜਿਹੜੇ ਬੈਰੀਕੇਟਿੰਗ ਹਟਾ ਕੇ ਕਿਸੇ ਵੱਡੇ ਐਕਸੀਡੈਂਟ ਦੀ ਸਾਜ਼ਿਸ਼ ਹੈ ਜਿਹੜੀ ਉਹ ਸਰਕਾਰ ਰਚਦੀ ਹੋ ਸਕਦੀ ਹੈ। ਐਸਾ ਵੀ ਮਤਲਬ ਅਨੁਮਾਨ ਲਾਇਆ ਜਾ ਸਕਦਾ ਕਿ ਸਰਕਾਰ ਦੇ ਮਨ ਵਿੱਚ ਕੋਈ ਵੱਡਾ ਐਸਾ
ਸਾਜ਼ਿਸ਼ ਹੋਵੇ ਕਿ ਜੇ ਉਧਰ ਬੈਰੀਕੇਟਿੰਗ ਹੀ ਨਹੀਂ ਹੋਵੇਗੀ, ਆਗੂ ਸਾਰੇ ਸਟੇਜ ਤੇ ਬੈਠੇ ਹੁੰਦੇ ਨੇ, ਤਾਂ ਕਿਸੇ ਵੱਡੀ ਘਟਨਾ ਨੂੰ ਵੀ ਅੰਜਾਮ ਦਿੱਤਾ ਜਾ ਸਕਦਾ ਸੀ। ਬਿਲਕੁਲ ਤੁਹਾਡੀ ਗੱਲ ਠੀਕ ਹੈ ਕਿ ਜ਼ਾਲਮ ਸਰਕਾਰ ਜਿੰਨਾ ਜਿਹੜੇ ਟਸ ਤੋਂ ਮਸ ਨਹੀਂ ਹੋ ਰਹੇ, ਜਾਂ ਉਹਨਾਂ ਦੇ ਜਿਹੜਾ ਦਿਮਾਗ ਦੇ ਵਿੱਚ ਇੱਕੋ ਇੱਕ ਅਸੀਂ ਜ਼ੁਲਮ ਕਰਨਾ, ਸੋ ਉਹ ਜ਼ੁਲਮ ਜਦੋਂ ਕਰਦਾ ਕੋਈ ਵੀ, ਜਾਂ ਜ਼ੁਲਮ ਕਰਦੇ ਜਿਹੜੇ ਹਾਕਮ ਹੁੰਦੇ ਆ, ਉਹਨਾਂ ਦੇ ਮਨ ਦੇ ਵਿੱਚ ਰਹਿਮ ਦੀ ਤਾਂ ਕੋਈ ਗੱਲ ਹੀ ਨਹੀਂ ਹੁੰਦੀ। ਸੋ ਇਹਦੇ ਹੀ ਕਾਰਨ ਕਰਕੇ ਜਿਹੜੀਆਂ ਜੀ ਖਾਸ ਕਰਕੇ ਇਹਨਾਂ ਦੇ ਬਿਲਕੁਲ ਹਿਟਲਰ ਨੂੰ ਜਿਹੜਾ ਇਹ ਫੋਲੋ ਕਰਦੇ ਨੇ ਜੀ, ਹਿਟਲਰ ਦੀ ਆਈਡੀਓਲੋਜੀ ਦੀ ਨੂੰ ਇਹ ਠੀਕ ਮੰਨਦੇ ਨੇ ਜੀ, ਜੋ ਗੁਜਰਾਤ ਦੇ ਵਿੱਚ 2002 ਦੇ ਵਿੱਚ ਕੀਤਾ ਜੀ, ਪ੍ਰੈਗਨੈਂਟ ਔਰਤਾਂ ਦੇ ਜਿਉਂਦਿਆਂ ਦੇ ਪੇਟ ਨੂੰ ਚੀਰ ਕੇ ਉਹਨਾਂ ਦੇ ਜਿਉਂਦੇ ਬੱਚੇ ਬਾਹਰ ਕੱਢੇ ਜੀ, ਤੇ ਜਿਉਂਦੇ ਬੱਚਿਆਂ ਨੂੰ ਬਿਲਕੁਲ ਮੁਗਲਾਂ ਦੀ ਤਰਜ਼ ਤੇ ਉੱਪਰ ਨੂੰ ਉਛਾਲ ਕੇ ਤੇ ਉਹਨਾਂ ਨੂੰ ਮਾਰਿਆ ਗਿਆ। ਬਿਲਕੁਲ ਜੀ, ਮੁਗਲਾਂ ਦੁਆਰਾ ਕੀਤੇ ਹੋਏ ਜਿਹੜੇ ਜ਼ਬਰ ਸੀ, ਜ਼ੁਲਮ ਸੀ, ਬਿਲਕੁਲ ਉਹਨਾਂ ਨੂੰ ਦੁਹਰਾਇਆ ਗਿਆ ਜੀ। ਤਾਂ ਇਹ ਗੱਲ ਬਿਲਕੁਲ ਠੀਕ ਹੈ ਕਿ ਇਹਨਾਂ ਤੋਂ ਭਲੇ ਦੀ ਜਾਂ ਮਨੁੱਖਤਾ ਦੀ ਆਸ ਕਰਨੀ ਹੀ ਬਿਲਕੁਲ ਗਲਤ ਹੈ। ਬਿਲਕੁਲ, ਕਿਉਂਕਿ ਇਹ ਕੋਈ ਨਾ ਕੋਈ ਕਿਸੇ ਨਾ ਕਿਸੇ ਵੱਡੀ ਕਾਰਵਾਈ ਦੀ ਤਾਕ ਦੇ ਵਿੱਚ ਸੀਗੇ, ਕਿਉਂਕਿ ਇਹਨਾਂ ਨੂੰ ਇਹ ਲੱਗਦਾ ਕਿ ਬੈਰੀਕੇਡ ਤੋੜ ਦਿੱਤੇ ਜਾਣ ਤੇ ਫਿਰ ਉਸ ਤੋਂ ਬਾਅਦ ਗੱਡੀਆਂ ਜਿੰਨੀਆਂ ਮਰਜ਼ੀ ਖੁੱਲ੍ਹੇਆਮ ਅਸੀਂ ਚੜਾ ਕੇ ਤੇ ਇਹਨੂੰ ਐਕਸੀਡੈਂਟ ਕਰਾਰ ਦੇ ਕੇ ਤੇ ਫਿਰ ਕਿਸੇ ਨਾ ਕਿਸੇ ਪਾਲੇ ਦੇ ਵਿੱਚ ਪਾ ਕੇ ਤੇ ਇਸ ਮੋਰਚੇ ਨੂੰ ਖਤਮ ਕੀਤਾ ਜਾਵੇ। ਸੋ ਤੁਸੀਂ ਅੱਜ ਵਾਲੀ ਮੀਟਿੰਗ ਤੇ ਦੱਸ ਹੀ ਦਿੱਤੀ ਹੈਗੀ ਹੈ ਕਿ 10 ਵਜੇ ਦੁਬਾਰਾ ਮੀਟਿੰਗ ਹੁੰਦੀ ਆ, ਤਾਂ ਤੁਹਾਡੇ ਵੱਲੋਂ ਇਹ ਸ਼ਾਇਦ ਫੈਸਲਾ ਲਿਆ ਜਾ ਸਕਦਾ ਕਿ ਹੁਣ ਜਿਹੜੀ 5 ਫੁੱਟ ਦੀ ਜਗ੍ਹਾ ਉਹ ਵੀ ਤੁਹਾਨੂੰ ਨਾ ਦਿੱਤੀ ਜਾਵੇ। ਇਹ ਤਾਂ ਚਲੋ ਆਉਣ ਵਾਲੇ ਸਮੇਂ ਦੇ ਵਿੱਚ ਫੈਸਲਾ ਲਿਆ ਜਾਏਗਾ, ਪਰ ਕੀ ਕੋਈ ਖਾਸ ਤੁਸੀਂ ਕੋਈ ਸੁਨੇਹਾ ਦੇਣਾ ਚਾਹੁੰਦੇ ਹੋ ਆਪਣੀ ਤਰਫ ਤੋਂ, ਕੋਈ ਬਾਹਰ ਦੀਆਂ ਸੰਗਤਾਂ ਨੂੰ ਕੋਈ ਹੋਰ ਕੋਈ ਸੁਨੇਹਾ ਪਹੁੰਚਾਉਣਾ ਚਾਹੁੰਦੇ ਹੋ? ਤਾਂ ਕਿਉਂਕਿ ਅਸੀਂ ਕੱਲ ਜਦੋਂ ਤੁਹਾਡੀ ਵੀਡੀਓ ਸਾਡੇ ਤੱਕ ਪਹੁੰਚੀ, ਅਸੀਂ ਉਸੇ ਵੇਲੇ ਲਾਈਵ ਚਲਾਇਆ ਤੇ ਦੇਖਿਆ ਕਿ ਕੀ ਹੋਇਆ। ਸੋ ਕੋਈ ਹੋਰ ਤੁਸੀਂ ਸੁਨੇਹਾ ਦੇਣਾ ਚਾਹੁੰਦੇ ਹੋ ਜਾਂ ਆਪਣੀ ਤਰਫ ਤੋਂ ਕੋਈ ਗੱਲਬਾਤ ਹੋਰ ਕੋਈ ਇਨਪੁਟ ਪਾਉਣੀ ਚਾਹੁੰਦੇ ਹੋ ਤਾਂ ਤੁਸੀਂ ਦੱਸ ਸਕਦੇ ਹੋ, ਫਿਰ ਮੈਂ ਤੁਹਾਡੇ ਕੋਲ ਇਜਾਜ਼ਤ ਲਵਾਂਗਾ ਜੀ। ਬਿਲਕੁਲ ਜੀ, ਪੰਜਾਬ ਦੇ ਕਿਸਾਨਾਂ ਨੂੰ ਅਸੀਂ ਜੇ ਤੁਹਾਡੇ ਰਾਹੀਂ ਸੁਣਦੇ ਨੇ ਤਾਂ ਅਸੀਂ ਬੇਨਤੀ ਕਰਨੀ ਚਾਹਾਂਗੇ ਕਿ ਅੱਜ ਮੋਰਚਾ ਜਿਹੜਾ ਬਿਲਕੁਲ ਆਪਦੇ ਆਖਰੀ ਪੜਾਅ ਤੇ ਆ, ਮਤਲਬ ਜਿੱਤ ਦੇ ਕਰੀਬ ਹੈ ਜੀ। ਜਿੱਤ ਸਾਡੀ ਨਿਸ਼ਚਿਤ ਹੈ, ਇਹਦੇ 'ਚ ਕੋਈ ਸ਼ੱਕ ਨਹੀਂ, ਔਰ ਇਸ ਵਕਤ ਅਸੀਂ ਜਿੱਤ ਦੇ ਬਿਲਕੁਲ ਕਰੀਬ ਖੜੇ ਹੋਏ ਆ ਜੀ। ਤਾਂ ਬੇਨਤੀ ਕਰਾਂਗੇ ਪੰਜਾਬ ਦੇ ਕਿਸਾਨਾਂ ਨੂੰ ਕਿ ਇਸ ਵਕਤ ਜਿੱਤ ਜਿਹੜੀ ਉਹ ਡਿਪੈਂਡ ਕਰਦੀ ਉਹਨਾਂ ਦੇ ਉੱਥੇ ਜਿਹੜਾ ਪਹੁੰਚਣਾ, ਉਹਨਾਂ ਦੀ ਗਿਣਤੀ, ਉੱਥੇ ਉਹਨਾਂ ਦੀ ਹਾਜ਼ਰੀ ਹੈ ਜੀ। ਬੇਸ਼ੱਕ ਪੰਜਾਬ ਦੇ ਸੀਜ਼ਨ, ਹਰਿਆਣੇ ਦੇ ਵਿੱਚ ਸੀਜ਼ਨ ਚੱਲਦਾ ਪਿਆ ਜੀ, ਪਰ ਇਹਦੇ ਬਾਵਜੂਦ ਜਿੰਨਾ ਵੀ ਹੋ ਸਕੇ ਵੱਧ ਤੋਂ ਵੱਧ ਗਿਣਤੀ ਜਿਹੜੀ ਹੈ ਉਹ ਬਾਰਡਰਾਂ ਤੇ ਪਹੁੰਚਾਈ ਜਾਵੇ ਜੀ, ਕਿਉਂਕਿ ਜਿਹੜੀ ਲੜਾਈ ਬਿਲਕੁਲ ਆਖਰੀ ਜਦੋਂ ਸਟੇਜ ਤੇ ਹੁੰਦੀ ਨਾ, ਤਾਂ ਇਹ ਗੱਲ ਹੈ ਕਿ ਬੀਜੇਪੀ ਆਪਦੇ ਸੁਭਾਅ ਦੇ ਅਨੁਸਾਰ ਆਖਰੀ ਸਟੇਜ ਤੇ ਵੱਧ ਤੋਂ ਵੱਧ ਕਰੂਰ ਚਿਹਰਾ ਜਿਹੜਾ ਲੈ ਕੇ ਆਪਦਾ ਸਾਹਮਣੇ ਆਵੇਗੀ, ਇੱਕ ਆਖਰੀ ਹੱਲੇ ਵਜੋਂ ਜਿਹੜਾ ਉਹ ਹੱਲਾ ਮਾਰੇਗੀ ਜੀ। ਤਾਂ ਆਖਰੀ ਹੱਲੇ ਵਜੋਂ ਜਿਹੜਾ ਹੱਲਾ ਮਾਰੇਗੀ ਉਹਦੇ 'ਚ ਅਸੀਂ ਉਮੀਦ ਵੀ ਨਹੀਂ ਕਰ ਸਕਦੇ ਕਿ ਉਹ ਕਿੰਨਾ ਕਰੂਰ ਚਿਹਰਾ ਉਹਨਾਂ ਦਾ ਸਾਹਮਣੇ ਲੈ ਕੇ ਆਵੇਗਾ, ਕਿੰਨਾ ਕੁ ਜ਼ਬਰ ਤੇ ਜ਼ੁਲਮ ਉਹ ਸਾਡੇ ਤੇ ਕਰ ਸਕਦੇ ਨੇ ਜੀ। ਕਿਉਂਕਿ ਹਾਰ ਦਿਸਦੀ ਪਈ ਹੈ, ਤਾਂ ਹਾਰਨ ਤੋਂ ਪਹਿਲਾਂ ਇੱਕ ਵਾਰੀ ਜਿਹੜਾ ਉਹ ਆਪਦਾ ਆਖਰੀ ਹੱਲਾ ਜ਼ਰੂਰ ਮਾਰਨਗੇ ਜੀ। ਤਾਂ ਉਸ ਆਖਰੀ ਹੱਲੇ ਦਾ ਮੁਕਾਬਲਾ ਕਰਨ ਵਾਸਤੇ ਸਾਨੂੰ ਵੱਧ ਤੋਂ ਵੱਧ ਕਿਸਾਨਾਂ ਦੀ ਲੋੜ ਹੈ। ਵੱਧ ਤੋਂ ਵੱਧ ਕਿਸਾਨ ਨੇ ਜਿਹੜੇ ਉਹ ਟਿਕਰੀ ਬਾਰਡਰ ਤੇ ਪਹੁੰਚਣ, ਸਿੱਧੂ ਬਾਰਡਰ ਤੇ ਪਹੁੰਚਣ, ਤਾਂ ਕਿ ਸਰਕਾਰ ਨੂੰ ਇਹ ਸੁਨੇਹਾ ਦਿੱਤਾ ਜਾ ਸਕੇ ਕਿ ਨਾ ਅਸੀਂ ਝੁਕੇ ਹਾਂ, ਨਾ ਅਸੀਂ ਹਾਰੇ ਹਾਂ, ਨਾ ਅਸੀਂ ਥੱਕੇ ਹਾਂ ਜੀ। ਬਾਕੀ ਜਿਹੜੇ ਸਾਡੇ NRI ਭਰਾ ਨੇ ਜੀ, ਅਸੀਂ ਤਾਂ ਅੱਗੇ ਇਹਨਾਂ ਦਾ ਬਹੁਤ ਬਹੁਤ ਸ਼ੁਕਰੀਆ, ਕੋਟ ਧੰਨਵਾਦ ਕਰਨੇ ਆ ਜੀ ਕਿ ਮੋਰਚਾ ਜੋ ਸੰਯੁਕਤ ਮੋਰਚਾ ਚੱਲ ਰਿਹਾ ਇਹਨਾਂ ਦੇ ਸਹਿਯੋਗ ਨਾਲ ਚੱਲਦਾ ਪਿਆ। ਬਿਲਕੁਲ। ਸੋ ਤੁਸੀਂ ਸਰੀਰਕ ਤੌਰ ਤੇ ਨਹੀਂ ਇੱਥੇ ਆ ਸਕਦੇ, ਸਾਨੂੰ ਵੀ ਪਤਾ ਜੀ। ਤੁਸੀਂ ਇਸ ਮੋਰਚੇ ਦਾ ਫਿਕਰ ਕਰਦੇ ਰਹੋ, ਪੰਜਾਬ ਦੀ ਧਰਤੀ ਦਾ, ਪੰਜਾਬ ਦੀ ਜ਼ਮੀਨ ਦਾ ਫਿਕਰ ਕਰਦੇ ਰਹੋ। ਤੁਹਾਡਾ ਫਿਕਰ ਵੀ ਸਾਡੇ ਲਈ ਬਹੁਤ ਵੱਡੀ ਚੀਜ਼ ਹੈ। ਜੇ ਤੁਸੀਂ ਫਿਕਰ ਕਰਦੇ ਹੋ ਸਾਡਾ, ਬਸ ਸਾਡੇ ਨਾਲ ਵਿਚਾਰਧਾਰਕ ਤੌਰ ਤੇ ਖੜੇ ਰਹੋ ਜੀ, ਬਸ ਸਾਨੂੰ ਹੌਸਲਾ ਦਿੰਦੇ ਰਹੋ। ਤੁਹਾਡਾ ਹੌਸਲਾ ਵੀ ਜਿਹੜਾ ਹੈ ਪੂਰਾ ਯੋਗਦਾਨ ਮੰਨਿਆ ਜਾਏਗਾ ਇਸ ਜਿੱਤ ਦੇ ਵਿੱਚ ਜੀ। ਸਰਦਾਰ ਹਰਨੇਕ ਸਿੰਘ ਜੀ, ਇਹ ਤੁਹਾਨੂੰ ਅਸੀਂ ਬਿਲਕੁਲ ਯਕੀਨ ਵੀ ਦਿਵਾਉਂਦੇ ਹਾਂ, ਬਲਕਿ ਸਾਡੇ ਤੇ ਵੀ ਤਲਵਾਰ ਜਿਹੜੀ ਹੈ ਸਪੈਸ਼ਲੀ ਕੈਨੇਡਾ ਦੇ ਉੱਤੇ ਇੱਥੇ ਇਹਨਾਂ ਨੇ ਇੰਡੀਅਨ ਕੌਂਸੂਲੇਟ ਨੂੰ ਸਪੈਸ਼ਲ ਇਹ ਕਿਹਾ ਕਿ ਸਾਡੀਆਂ ਵੀ ਲਿਸਟਾਂ ਤਿਆਰ ਹੋ ਗਈਆਂ ਕਿ ਇਹਨਾਂ ਨੂੰ ਨਾ ਤਾਂ ਵੀਜ਼ੇ ਦੇਣੇ ਨੇ ਤੇ ਨਾ ਹੀ ਇਹਨਾਂ ਨੂੰ ਉੱਥੇ ਜੇ ਕੋਈ ਵੀਜ਼ਾ ਕਿਸੇ ਕੋਲ ਹੈ ਵੀ ਆ OCI ਕੈਂਸਲ ਕਰ ਦਿੱਤੀਆਂ।
ਅੱਜ ਦੀ ਹੀ ਸਾਡੇ ਕੋਲ ਨਿਊਜ਼ ਪਹੁੰਚੀ ਸੀ ਕਿ OCI ਲੋਕਾਂ ਦੀਆਂ ਕੈਂਸਲ ਕੀਤੀਆਂ ਔਰ ਬਹੁਤ ਸਾਰੇ ਲੋਕਾਂ ਦੀਆਂ ਲਿਸਟਾਂ ਜਿਹੜੀਆਂ ਬਣ ਗਈਆਂ ਕਿ ਅਸੀਂ ਕਿਸ ਤਰ੍ਹਾਂ ਦੇ ਨਾਲ ਕਿਸਾਨੀ ਅੰਦੋਲਨ ਨੂੰ ਕਵਰ ਕੀਤਾ ਤੇ ਕਿੱਦਾਂ ਇਹਨਾਂ ਨੇ ਬਾਅਦ ਵਿੱਚ ਉੱਥੇ ਜਾ ਕੇ ਸਾਨੂੰ ਬਾਅਦ ਵਿੱਚ ਖਰਾਬ ਕਰਨਾ। ਉਹ ਵੀ ਇਹਨਾਂ ਦੀ ਜ਼ੁਲਮ ਦੀ ਇੰਤਹਾ ਹੋ ਚੁੱਕੀ ਆ, ਪਰ ਅਸੀਂ ਇਹਨਾਂ ਦੇ ਜ਼ੁਲਮ ਤੋਂ ਡਰਨ ਵਾਲੇ ਨਹੀਂ। ਇਹਨਾਂ ਦੇ ਨਾਲ ਜਿਹੜਾ ਹੈ ਉਹ ਅਸੀਂ ਟਾਕਰਾ ਪੂਰਾ ਲਿਆ ਹੋਇਆ। ਤੁਸੀਂ ਉੱਥੇ ਸਰੀਰਕ ਤੌਰ ਤੇ ਲਿਆ, ਇੱਥੇ ਵੀ ਜਿੰਨੀਆਂ ਅਸੀਂ ਰੈਲੀਆਂ ਸਾਡੇ ਵੱਲੋਂ ਹੋ ਸਕੀਆਂ ਜਾਂ ਜਿੱਥੇ ਵੀ ਇਨਪੁਟ ਪਾਉਣੀ ਚਾਹੀ ਉਹ ਆਪਣੀ ਤਰਫ ਤੋਂ ਪਾਉਂਦੇ ਰਹੇ ਆ, ਕਿਉਂਕਿ ਸਾਡੇ ਵਾਸਤੇ ਇਹ ਆ ਕਿ ਸਾਡੀ ਜੜ ਉੱਥੇ ਆ, ਤੇ ਜੇ ਸਾਡੀ ਜੜ ਨੂੰ ਕੁਝ ਹੋ ਜਾਂਦਾ ਜਾਂ ਜੜ ਸਾਡੀ ਸੁੱਕਦੀ ਆ ਤੇ ਫਿਰ ਕਰੂੰਬਲੀਆਂ ਵੀ ਨਹੀਂ ਬਚਦੀਆਂ ਹੁੰਦੀਆਂ। ਸੋ ਇਸ ਕਰਕੇ ਇਸ ਗੱਲ ਤੋਂ ਤੁਸੀਂ ਬੇਫਿਕਰ ਰਹੋ। ਅਸੀਂ ਆਪਣੀ ਤਰਫ ਤੋਂ ਤੁਹਾਨੂੰ ਵਿਸ਼ਵਾਸ ਦਿਵਾਉਂਦੇ ਆ ਕਿ ਅਸੀਂ ਹਰ ਤਰ੍ਹਾਂ ਦੇ ਨਾਲ ਮੋਰਚੇ ਨਾਲ ਖੜੇ ਆ। ਸੋ ਤੁਹਾਡਾ ਮੈਂ ਬਿਲਕੁਲ ਦਿਲ ਤੋਂ ਧੰਨਵਾਦੀ ਆ ਕਿ ਤੁਸੀਂ ਸਵੇਰੇ ਸਵੇਰੇ ਮੇਰੇ ਨਾਲ ਇਸ ਟਾਈਮ ਦੇ ਉੱਤੇ ਜਿਹੜਾ ਹੈ ਆਪਣੀ ਇਨਪੁਟ ਪਾਈ। ਸੋ ਮੈਂ ਤੁਹਾਡਾ ਦਿਲ ਤੋਂ ਧੰਨਵਾਦੀ ਹੈਗਾ। ਸੋ ਮਿਲਦੇ ਆ ਜੀ ਫਿਰ ਆਪਾਂ ਕੋਈ ਨਵੀਂ ਜਿਹੜੀ ਕੋਈ ਇਨਪੁਟ ਹੋਏਗਾ। ਸੋ ਦਰਸ਼ਕੋ, ਜਿੱਦਾਂ ਕਿ ਸਰਦਾਰ ਹਰਨੇਕ ਸਿੰਘ ਜੀ ਹੋਣਾ ਨੇ ਸਾਨੂੰ ਡਿਟੇਲ ਦੇ ਵਿੱਚ ਦੱਸਿਆ ਕਿ ਕੀ ਕੁਛ ਹੋਇਆ ਤੇ ਆਪਾਂ ਸਾਰੀ ਡਿਟੇਲ ਜਿਹੜੀ ਆ ਉਹ ਤੁਹਾਡੇ ਨਾਲ ਸਾਂਝੀ ਕੀਤੀ ਹੈਗੀ ਆ, ਉਹਨਾਂ ਦੇ ਵੱਲੋਂ ਜੋ ਵੀ ਇਨਪੁਟ ਸੀਗੀ। ਸੋ ਉਮੀਦ ਕਰਦਾ ਕਿ ਤੁਹਾਨੂੰ ਇਹ ਪ੍ਰੋਗਰਾਮ ਜਿਹੜਾ ਹੈ ਸਾਡਾ ਪਸੰਦ ਆਵੇਗਾ। ਅਸੀਂ ਆਪਣੀ ਹੱਕ ਸੱਚ ਦੀ ਆਵਾਜ਼ ਤੁਹਾਡੇ ਤੱਕ ਹਮੇਸ਼ਾ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਹਾਂ। ਹਰ ਉਸ ਖਬਰ ਨੂੰ ਤੁਹਾਡੇ ਤੱਕ ਪਹੁੰਚਦੀ ਕਰਦੇ ਹੈਗੇ ਆ ਕਿ ਜੋ ਵੀ ਕਿਤੇ ਕੋਈ ਵਾਪਰਦਾ ਹੈਗਾ, ਖਾਸ ਤੌਰ ਦੇ ਉੱਤੇ ਕਿਸਾਨੀ ਮੋਰਚੇ ਨਾਲ, ਸਿੱਖ ਨੁਕਤਾ ਨਿਗਾਹ ਦੇ ਉੱਤੋਂ ਜਾਂ ਕੋਈ ਵੀ ਅਜਿਹੀ ਕੋਈ ਵਾਪਰਦੀ ਘਟਨਾ ਜਿਹੜੀ ਪੰਜਾਬ ਨਾਲ ਸੰਬੰਧਿਤ ਹੋਵੇ, ਜਿਹੜੀ ਸਾਡੇ ਧਰਮ ਨਾਲ ਸੰਬੰਧਿਤ ਹੋਵੇ, ਤੁਹਾਡੇ ਤੱਕ ਅਸੀਂ ਪਹੁੰਚਦੀ ਕਰਦੇ ਹਾਂ। ਔਰ ਸੱਚੀ ਤੇ ਸੁੱਚੀ ਜਿਹੜੀ ਆ ਉਹ ਖਬਰ ਤੁਹਾਡੇ ਤੱਕ ਪਹੁੰਚਦੀ ਕਰਦੇ ਹਾਂ। ਉਹਦੇ ਵਾਸਤੇ ਚਾਹੇ ਸਾਨੂੰ ਕਿੰਨਾ ਵੀ ਕੁਛ ਜਿਹੜਾ ਹੈ ਉਹ ਸਾਡੇ ਤੇ ਪਾਬੰਦੀਆਂ ਲੱਗਣ, ਸਾਡੇ ਉੱਤੇ ਸੋਸ਼ਲ ਮੀਡੀਆ ਜਿਹੜਾ ਹੈ ਉਹ ਕਿਸੇ ਕਿਸਮ ਦੀ ਪਾਬੰਦੀ ਲਾਵੇ, ਪਰ ਲੇਕਿਨ ਅਸੀਂ ਤੁਹਾਡੇ ਤੱਕ ਖਬਰ ਹਮੇਸ਼ਾ ਪਹੁੰਚਦੀ ਜਿਹੜੀ ਹੈਗੀ ਆ ਉਹ ਕਰਦੇ ਹੈਗੇ ਆ। ਉਮੀਦ ਕਰਦਾ ਕਿ ਤੁਹਾਨੂੰ ਪ੍ਰੋਗਰਾਮ ਪਸੰਦ ਆਵੇਗਾ ਤੇ ਫਿਰ ਆਪਾਂ ਨਵੇਂ ਪ੍ਰੋਗਰਾਮ ਦੇ ਨਾਲ ਤੁਹਾਨੂੰ ਦੁਬਾਰਾ ਹਾਜ਼ਰੀ ਲਵਾਵਾਂਗੇ। ਸੋ ਭੈ ਕਾਹੂ ਕੋ ਦੇਤਨਾ ਨਾ ਪੈ ਮਾਨਤਾਨ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।